Class 8th exercise 13.2 first question which of the following are in inverse proportion ਇਹਨਾਂ ਚੋਂ ਦੱਸਣੇ ਕਿਹੜੇ inverse proportion ਨੇ first point ਹੈ the number of worker on a job and the time to complete the job number of worker ਨੇ ਤੇ ਕਿਸੇ ਜੌਬ ਨੂੰ ਕੰਪਲੀਟ ਕਰਨਾ ਟਾਈਮ ਦੇ ਵਿੱਚ ਤਾਂ ਜਿੰਨੇ ਵਰਕਰ ਹੋਣਗੇ ਉਨਾ ਘੱਟ ਟਾਈਮ ਲੱਗੂਗਾ ਤਾਂ ਇਹ ਹੋਊਗਾ ਇਨਵਰਸ ਪ੍ਰਪੋਰਸ਼ਨ Second, the time taken for a journey and the distance travel in a uniform speed. Second point 'ਚ uniform speed ਆ ਮਤਲਬ ਇੱਕੋ ਹੀ ਸਪੀਡ ਨਾਲ ਜਾ ਰਹੀ ਹੈ ਤਾਂ ਵੱਧ ਟਾਈਮ 'ਚ ਵੱਧ ਡਿਸਟੈਂਸ ਕੰਪਲੀਟ ਹੋਊਗਾ ਅਤੇ ਘੱਟ ਟਾਈਮ ਦੇ ਵਿੱਚ ਘੱਟ ਤਾਂ ਇਹ ਹੋਊਗਾ ਡਾਇਰੈਕਟ ਪ੍ਰਪੋਰਸ਼ਨ ਥਰਡ ਏਰੀਆ ਆਫ ਕਲਟੀਵੇਟਡ ਲੈਂਡ ਐਂਡ ਦਾ ਕ੍ਰੌਪ ਹਾਰਵੈਸਟ ਕਲਟੀਵੇਟਡ ਏਰੀਆ ਦਾ ਕ੍ਰੌਪ ਹਾਰਵੈਸਟ ਫਸਲ ਕੱਟਣੀ ਹੈ ਤਾਂ ਜਿੰਨਾ ਏਰੀਆ ਵੱਧ ਹੋਊਗਾ ਉਹਦੇ 'ਚ ਫਸਲ ਵੱਧ ਹੋਊਗੀ ਜਿੰਨਾ ਏਰੀਆ ਘੱਟ ਹੋਊਗਾ ਉਹਦੇ 'ਚ ਫਸਲ ਘੱਟ ਹੋਊਗੀ ਤਾਂ ਇਹ ਵੀ ਹੈ ਜਿਹੜਾ ਹੋਊਗਾ ਡਾਇਰੈਕਟ ਪ੍ਰਪੋਰਸ਼ਨ ਫੋਰਥ ਪੁਆਇੰਟ ਦਾ ਟਾਈਮ ਟੇਕਨ ਫॉर ਏ ਫਿਕਸਡ ਜਰਨੀ ਐਂਡ ਦਾ ਸਪੀਡ ਆਫ ਦਾ ਵਹੀਕਲ ਇੱਥੇ ਸਪੀਡ 'ਤੇ ਫਿਕਸਡ ਜਰਨੀ ਆ ਤਾਂ ਇਹ ਹੋਊਗਾ ਇਨਵਰਸ ਪ੍ਰਪੋਰਸ਼ਨ ਵੱਧ ਸਪੀਡ ਹੋਊਗੀ ਤਾਂ ਘੱਟ ਟਾਈਮ ਲੱਗੂਗਾ ਅਤੇ ਘੱਟ ਸਪੀਡ ਹੋਊਗੀ ਤਾਂ ਵੱਧ ਟਾਈਮ ਲੱਗੂਗਾ ਫਿਫਥ ਦਾ ਪਾਪੂਲੇਸ਼ਨ ਆਫ ਕੰਟਰੀ ਐਂਡ ਦਾ ਏਰੀਆ ਆਫ ਲੈਂਡ ਫਿਫਥ ਪੁਆਇੰਟ ਦੇ ਵਿੱਚ ਪਾਪੂਲੇਸ਼ਨ ਹੈ ਕੰਟਰੀ ਦੀ ਅਤੇ ਪਰ ਪਰਸਨ ਏਰੀਆ ਦੱਸਣਾ ਕਿੰਨਾ ਹੋਊਗਾ ਦੇਖੋ ਜੇ ਪਾਪੂਲੇਸ਼ਨ ਜ਼ਿਆਦਾ ਹੋਊਗੀ ਤਾਂ ਪਰ ਪਰਸਨ ਜਿਹੜਾ ਏਰੀਆ ਉਹ ਘੱਟ ਆਊਗਾ ਅਤੇ ਜੇ ਪਾਪੂਲੇਸ਼ਨ ਘੱਟ ਹੈ ਤਾਂ ਏਰੀਆ ਵੱਧ ਆਊਗਾ ਅਤੇ ਜੇ ਪਾਪੂਲੇਸ਼ਨ ਵੱਧ ਹੈ ਤਾਂ ਏਰੀਆ ਘੱਟ ਆਊਗਾ ਤਾਂ ਇਹ ਵੀ ਕੀ ਹੋਊਗੀ ਇਨਵਰਸ ਪ੍ਰਪੋਰਸ਼ਨ ਇਨ ਅ ਟੈਲੀਵਿਜ਼ਨ ਗੇਮ ਸ਼ੋ the prize money of rupees 1 lakh is to be divided equally amongst a winner. Complete the following table and find whether the prize money given to any individual winner is directly or indirectly proportional to the number of winners. Second question, number of winners ਤੇ ਨੀਚੇ ਹੈਗਾ ਪ੍ਰਾਈਜ਼ ਟੇਬਲ ਦਿੱਤਾ ਹੋਇਆ for each winner ਨੰਬਰ ਆਫ ਵਿਨਰ ਹੈਗੇ 1 ਤਾਂ ਇਹ ਅਮਾਊਂਟ ਹੈਗੀ ਆ 1 ਲੱਖ ਦੀ ਹੁਣ ਜੇ 2 ਹੋਣਗੇ ਵਿਨਰ ਠੀਕ ਹੈ ਤਾਂ ਜਿਹੜੀ ਅਮਾਊਂਟ ਆ ਉਹ ਸੇਮ ਹੀ ਹੈ ਪਰ ਹੁਣ ਉਹ ਜਦੋਂ 2 ਵਿਨਰ ਹੋਣਗੇ ਤਾਂ ਉਹ ਅਮਾਊਂਟ ਆ ਜਿਹੜੀ 2 ਵਿਨਰ ਦੇ ਵਿੱਚ ਡਿਵਾਈਡ ਹੋ ਜਾਣੀ ਆ ਠੀਕ ਹੈ ਤਾਂ ਇਹਦਾ ਮਤਲਬ ਘੱਟ ਰੁਪੀਜ਼ ਮਿਲੂਗੀ ਦੋਨਾਂ ਨੂੰ ਹੁਣ ਅਮਾਊਂਟ 1 ਲੱਖ ਹੀ ਹੈ ਮਤਲਬ ਜੇ ਵਿਨਰ 1 ਹੈ ਤਾਂ 1 ਲੱਖ ਮਿਲਣੀ ਹੈ ਅਮਾਊਂਟ ਜੇ 2 ਵਿਨਰ ਨੇ ਤਾਂ ਅਮਾਊਂਟ ਸੇਮ ਹੀ ਹੈ ਤਾਂ ਉਹ 2 ਦੇ ਵਿੱਚ ਡਿਵਾਈਡ ਹੋ ਜਾਣੀ ਹੈ 1 ਲੱਖ ਅਤੇ ਹੁਣ ਜੇ 4 ਨੇ ਤਾਂ ਜਿਹੜਾ 1 ਲੱਖ ਆ ਉਹ 4 ਦੇ ਵਿੱਚ ਡਿਵਾਈਡ ਹੋ ਜਾਣਾ ਅਤੇ ਜੇ 5 ਨੇ ਤਾਂ 1 ਲੱਖ ਜਿਹੜਾ 5 'ਚ ਡਿਵਾਈਡ ਹੋ ਜਾਣਾ ਮੀਨਸ ਦੇਖੋ ਜੇ ਨੰਬਰ ਆਫ ਵਿਨਰ ਵਧੀ ਜਾਣਗੇ ਤਾਂ ਜਿਹੜੀ ਪ੍ਰਾਈਜ਼ ਦੀ ਅਮਾਊਂਟ ਆ ਤਾਂ ਉਹ ਲੈਸ ਹੋਈ ਜਾਊਗੀ ਹੁਣ ਇਹ ਜਿਹੜਾ ਨੇ ਸਾਰੇ ਇਹ ਮੋਰ ਨੇ ਮੋਰ ਹੋਈ ਜਾ ਰਹੇ ਆ ਤਾਂ ਅਮਾਊਂਟ ਹੈ ਜਿਹੜੀ ਉਹ ਲੈਸ ਹੋਈ ਜਾ ਰਹੀ ਹੈ ਹੁਣ ਇੱਥੇ ਮੋਰ ਹੈ ਅਤੇ ਇੱਥੇ ਲੈਸ ਤਾਂ ਇਹਦਾ ਮਤਲਬ ਕੀ ਹੈ ਇਹ ਇਨਵਰਸ ਪ੍ਰਪੋਰਸ਼ਨ ਅਤੇ ਇਨਵਰਸ ਪ੍ਰਪੋਰਸ਼ਨ ਦੇ ਵਿੱਚ ਕੀ ਕਰਨਾ ਦੇਖੋ ਇਹ ਤਾਂ ਦੋਨੇ ਦਿੱਤੇ ਹੋਏ ਨੇ ਆਪਾਂ ਇਹ x1 ਫਾਈਂਡ ਕਰਨਾ ਠੀਕ ਹੈ ਤਾਂ ਆਪਾਂ ਇਹਨਾਂ ਦੋਨਾਂ ਨਾਲ ਫਾਈਂਡ ਕਰਾਂਗੇ 2 ਨੇ ਅਤੇ ਅਮਾਊਂਟ ਹੈਗੀ ਆ 50,000 ਹੁਣ 4 ਨੇ ਤਾਂ ਅਮਾਊਂਟ ਕਿੰਨੀ ਮਿਲੂਗੀ ਉਹ ਆਪਾਂ ਫਾਈਂਡ ਕਰਨੀ ਹੈ ਦੇਖੋ ਜਿਹੜਾ ਸੀਗਾ ਡਾਇਰੈਕਟ ਪ੍ਰਪੋਰਸ਼ਨ ਉਹਦੇ 'ਚ ਆਪਾਂ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਸੀ ਇਹਨੂੰ ਇਹਦੇ ਨਾਲ ਠੀਕ ਹੈ ਹੁਣ ਇਹਦੇ 'ਚ ਆਪਾਂ ਕੀ ਕਰਨਾ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਨਾ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਨਾ ਹੁਣ ਮਤਲਬ ਕਿ ਇਹਨਾਂ ਨੂੰ ਮਲਟੀਪਲਾਈ ਹੋਊਗਾ x ਦੀ ਵੈਲਿਊ ਫਾਈਂਡ ਕਰਨੀ ਹੈ ਤਾਂ x1 ਨੂੰ ਆਪਾਂ ਇੱਥੇ ਹੀ ਰੱਖਾਂਗੇ ਤੁਸੀਂ ਹਮੇਸ਼ਾ ਹੀ ਜਦੋਂ ਵੀ x ਦੀ ਵੈਲਿਊ ਫਾਈਂਡ ਕਰਨੀ ਹੈ ਨਾ ਤਾਂ ਉਹਦੇ ਨਾਲ ਜਿਹੜਾ ਨੰਬਰ ਮਲਟੀਪਲਾਈ ਹੋਊਗਾ ਉਹਨੂੰ ਦੂਜੇ ਪਾਸੇ ਡਿਵਾਈਡ 'ਚ ਲੈ ਆਉਣਾ ਤਾਂ ਇਹਨੂੰ ਆਪਾਂ ਕਟਿੰਗ ਕਰ ਦਿੰਦੇ ਹਾਂ 2 'ਤੇ ਹੋ ਗਿਆ ਫਿਰ 2 'ਤੇ ਕਟਿੰਗ ਕਰ ਦਾਂਗੇ ਠੀਕ ਹੈ ਤਾਂ ਹਰੇਕ ਨੂੰ ਕਿੰਨੀ ਅਮਾਊਂਟ ਮਿਲੂਗੀ ਹੁਣ 25,000 ਲੈਸ ਹੋ ਗਈ ਨਾ ਹੁਣ ਦੇਖੋ ਨੈਕਸਟ ਪਾਰਟ ਸਾਰੇ ਹੁਣ ਇਨਵਰਸ ਪ੍ਰਪੋਰਸ਼ਨ ਹੀ ਨੇ ਹੁਣ ਇਹ ਵੀ ਆਪਾਂ ਇੱਦਾਂ ਹੀ ਕਰ ਲੈਂਦੇ ਹਾਂ ਹੁਣ ਆਪਾਂ ਇਹਦੇ ਨਾਲ ਕੱਢ ਲੈਂਦੇ ਹਾਂ 4 × 25,000
इक्वल 5 मल्टीप्लाई x2 वाला नंबर पहुँच आ जाऊगा 4 मल्टीप्लाई 25,000 अपॉन 5 मल्टीप्लाई 5 डिवाइड हो गया 5 तो कटिंग कर दें 5,000 हम 5,000 4 से मल्टीप्लाई करांगे तो x2 की वैल्यू आ जाएगी 20,000 हुण कितनी अमाउंट मिलूगी जे 5 ने तो हरेक नूं 20,000 मिलूगी सेम ही तुसीं आ 8 ते 10 ते 20 वाला कर लेना फिर ये फाइंड कर लेना फिर ये लास्ट पॉइंट ठीक है इदां ही तुहाडे आंसर आ जाने हैं सारियां दे सेम थर्ड क्वेश्चन है थर्ड क्वेश्चन Rahman is making a wheel using spokes. He wants to fix equal spokes in such a way that the angles between any pair of consecutive spokes are equal. Help him by completing the following table. ਇੱਥੇ wheel ਬਣੇ ਹੋਏ ਆ ਉਹਨਾਂ ਦੇ ਵਿੱਚ spokes ਬਣੀਆਂ ਹੋਈਆਂ ਨੇ ਜਿਵੇਂ ਪਹਿਲੇ 'ਚ 3 ਨੇ ਉਸ ਤੋਂ ਅੱਗੇ ਫਿਰ more ਨੇ ਫਿਰ more ਨੇ ਤੇ ਨੀਚੇ ਇਹ ਟੇਬਲ ਬਣਿਆ ਹੋਇਆ ਜਿਹਦੇ 'ਚ ਨੰਬਰ ਆਫ ਸਪੋਕਸ ਲਿਖੀਆਂ ਹੋਈਆਂ ਨੇ ਤੇ ਐਂਗਲ ਲਿਖਿਆ ਹੋਇਆ ਪੇਅਰ ਆਫ ਸਪੋਕਸ ਦੇ ਵਿੱਚ ਹੁਣ ਨੰਬਰ ਆਫ ਸਪੋਕਸ ਨੇ ਇੱਕ ਵੀਲ ਬਣਿਆ ਹੋਇਆ ਉਹਦੇ ਵਿੱਚ ਨੰਬਰ ਆਫ ਸਪੋਕਸ ਨੇ ਤੇ ਐਂਗਲ ਬਿਟਵੀਨ ਪੇਅਰ ਆਫ ਕਨਸੈਕਟਿਵ ਸਪੋਕਸ ਤੇ ਨਾਲ ਲੱਗਦੀਆਂ 2 ਸਪੋਕਸ ਦੇ ਵਿੱਚ ਐਂਗਲ ਦਿੱਤੇ ਹੋਏ ਨੇ ਜੇ 4 ਸਪੋਕਸ ਨੇ ਤਾਂ 90 ਡਿਗਰੀ ਐਂਗਲ ਆ ਜੇ 6 ਸਪੋਕ ਨੇ ਤਾਂ 60 ਡਿਗਰੀ ਐਂਗਲ ਆ ਹੁਣ ਜੇ 8 ਸਪੋਕਸ ਨੇ ਤਾਂ ਕਿੰਨਾ ਹੋਊਗਾ 10 ਨੇ ਤਾਂ ਕਿੰਨਾ ਹੋਊਗਾ ਦੇਖੋ ਨੰਬਰ ਆਫ ਸਪੋਕਸ ਵਧੀ ਜਾਣਗੇ ਤਾਂ ਐਂਗਲ ਦਾ ਜਿਹੜਾ ਮੈਜ਼ਰ ਆ ਉਹ ਲੈਸ ਹੋਈ ਜਾਊਗਾ ਮੀਨਸ ਇਹ ਤਾਂ ਹੋ ਗਿਆ ਮੋਰ ਤੇ ਐਂਗਲ ਕੀ ਹੋਈ ਜਾਊਗਾ ਲੈਸ ਹੁਣ ਇਹ ਮੋਰ ਹੋ ਗਿਆ ਲੈਸ ਤਾਂ ਵੀ ਕੀ ਹੋਊਗਾ ਇਨਵਰਸ ਪ੍ਰੋਪੋਰਸ਼ਨ ਹੁਣ ਜਦੋਂ ਇਨਵਰਸ ਪ੍ਰੋਪੋਰਸ਼ਨ ਹੈ ਫਿਰ ਆਪਾਂ ਕੀ ਕਰਨਾ ਇਹ ਦੋ ਵੈਲਿਊ ਤਾਂ ਦਿੱਤੀ ਹੋਈ ਨੇ ਇਹ ਵਾਲੀ ਵੈਲਿਊ ਫਾਈਂਡ ਕਰਨੀ ਹੈ ਕੀ ਕਰਨੀ ਹੈ ਹੁਣ ਆਪਾਂ ਇਹਨਾਂ ਦੋਨਾਂ ਨਾਲ ਕਰ ਲੈਂਦੇ ਹਾਂ ਜਦੋਂ ਵੀ ਇਨਵਰਸ ਪ੍ਰੋਪੋਰਸ਼ਨ ਹੈ ਇਹਨੂੰ ਇਹਦੇ ਨਾਲ ਮਲਟੀਪਲਾਈ 6 ਮਲਟੀਪਲਾਈ 60 8 ਮਲਟੀਪਲਾਈ x1 ठीक है x1 फाइंड करना 6 मल्टीप्लाई 60 अपॉन 8 कटिंग कर देने 2 दे टेबल ते 2 3 दा 2 4 दा 4 1 दा 4 15 दा 15 ਨੂੰ 3 ਤੇ ਮਲਟੀਪਲਾਈ ਕਰਾਂਗੇ ਤਾਂ ਆ ਜਾਊਗਾ 45 ਡਿਗਰੀ ਮੀਨਸ ਇਹ ਵਾਲਾ ਜਿਹੜਾ ਐਂਗਲ ਆ ਉਹ 45 ਡਿਗਰੀ ਆ ਜਾਊਗਾ ਇਹਨੂੰ ਤੁਸੀਂ ਸਿੱਧਾ ਵੀ ਫਾइंड ਕਰ ਸਕਦੇ ਹੋ ਕਿਉਂਕਿ ਜਿਹੜਾ ਉਹ ਸਰਕਲ ਦਿੱਤਾ ਹੋਇਆ ਵੀਲ ਦਿੱਤਾ ਹੋਇਆ ਉਹ ਇੱਕ ਸਰਕਲ ਹੈ ਤਾਂ ਸਰਕਲ ਦੇ ਸੈਂਟਰ ਤੇ 360 ਐਂਗਲ ਹੁੰਦਾ ਤਾਂ ਆਪਾਂ ਇਹਨੂੰ ਸਿੱਧਾ 360 ਨੂੰ ਡਿਵਾਈਡ ਕਰ ਦਿੰਦੇ ਆ x2 ਇਕੁਅਲ 360 upon 10 ਤਾਂ ਇੱਥੇ ਆ ਜੂ 36 ਡਿਗਰੀ ਤੇ x3 360 ਨੂੰ ਕਰ ਦਾਂਗੇ 12 ਤੇ ਡਿਵਾਈਡ ਤਾਂ ਆ ਜੂਗਾ 30 ਡਿਗਰੀ ਇੱਥੇ ਆ ਜੂਗਾ 36 ਇੱਥੇ ਆ ਜੂਗਾ 30 ਡਿਗਰੀ ਸਿੰਪਲ ਹੋ ਜੂਗਾ ਚਾਹੇ ਤਾਂ ਤੁਸੀਂ ਇਹ ਫਾਰਮੂਲਾ ਵੀ ਕਰਕੇ ਕਰ ਸਕਦੇ ਹੋ ਠੀਕ ਹੈ ਇਹ ਵਾਲੇ ਕੁਐਸਚਨ 'ਚ ਵੀ ਚਾਹੇ ਤਾਂ ਤੁਸੀਂ ਸਿੱਧਾ ਹੀ 1 ਲੱਖ ਨੂੰ ਜਿਵੇਂ 2 ਤੇ ਡਿਵਾਈਡ ਕਰਾਂਗੇ 50,000 4 ਤੇ ਡਿਵਾਈਡ ਕਰਾਂਗੇ ਫਿਰ 5 ਤੇ ਡਿਵਾਈਡ ਕਰਾਂਗੇ ਫਿਰ ਇਹਨੂੰ 8 ਤੇ ਡਿਵਾਈਡ ਕਰ ਲਾਂਗੇ ਫਿਰ 10 ਤੇ ਫਿਰ 20 ਤੇ ਤਾਂ ਵੀ ਆਨਸਰ ਸੇਮ ਹੀ ਆ ਜਾਣਾ ਥਰਡ ਦਾ ਸੈਕੰਡ ਪਾਰਟ ਆ ਕੈਲਕੂਲੇਟ ਦਾ ਐਂਗਲ ਬਿਟਵੀਨ ਅ ਪੇਅਰ ਕੰਸੈਕਟਿਵ ਸਪੋਕਸ ਔਨ ਅ ਵੀਲ ਵਿਦ 15 ਸਪੋਕਸ ਜੇ ਹੁਣ 15 ਸਪੋਕਸ ਨੇ ਤਾਂ ਕਿੰਨਾ ਹੋਊਗਾ ਤਾਂ ਇਹ 'ਚ ਵੀ ਤੁਸੀਂ ਸਿੱਧਾ ਹੀ ਫਾਈਂਡ ਕਰ ਸਕਦੇ ਆ ਤੇ ਜੇ ਆਪਾਂ ਟੇਬਲ ਬਣਾ ਕੇ ਫਾਈਂਡ ਕਰਨਾ ਤਾਂ ਵੀ ਕਰ ਸਕਦੇ ਆ ਤਾਂ ਇੱਥੇ ਉਹਦੇ ਅਕੋਰਡਿੰਗ ਹੀ ਟੇਬਲ ਬਣਾਉਣਾ ਜਿਵੇਂ ਪਿੱਛੇ ਸੀਗਾ ਇੱਥੇ ਨੰਬਰ ਆਫ ਸਪੋਕਸ ਆ ਜਾਣਗੀਆਂ ਤੇ ਇੱਥੇ ਆ ਜਾਊਗਾ ਐਂਗਲ ਤੇ ਆਪਾਂ ਸਭ ਤੋਂ ਪਹਿਲਾਂ ਵਾਲਾ ਲਿਖ ਲੈਂਦੇ ਹਾਂ ਕਿੰਨਾ ਦਿੱਤਾ ਹੋਇਆ ਸੀ ਉਹਦੇ ਵਿੱਚ 4 ਸਪੋਕਸ ਦੇ ਨਾਲ 90 ਡਿਗਰੀ ਐਂਗਲ ਸੀਗਾ ਹੁਣ 15 ਸਪੋਕਸ ਨੇ ਤਾਂ ਇਹ ਫਾਈਂਡ ਕਰਨਾ ਦੇਖੋ ਪਹਿਲਾਂ 4 ਸੀਗੀਆਂ ਸਪੋਕਸ ਤਾਂ 90 ਡਿਗਰੀ ਐਂਗਲ ਸੀ ਹੁਣ 15 ਆ ਪਹਿਲਾਂ ਨਾਲੋਂ ਮੋਰ ਹੋ ਗਿਆ ਸਪੋਕਸ ਸੀਗੀਆਂ ਜਿਹੜੀਆਂ ਉਹ ਮੋਰ ਹੋ ਗਿਆ ਤਾਂ ਐਂਗਲ ਹੈ ਜਿਹੜਾ ਉਹ ਲੈਸ ਹੋ ਜਾਊਗਾ ਇਨਵਰਸ ਪ੍ਰੋਪੋਰਸ਼ਨ ਹੋ ਗਿਆ ਇਨਵਰਸ ਪ੍ਰੋਪੋਰਸ਼ਨ ਹੈ 4 ਮਲਟੀਪਲਾਈ 90 x ਮਲਟੀਪਲਾਈ 15 ਤੇ ਆਪਾਂ x ਦੀ ਵੈਲਿਊ ਫਾਈਂਡ ਕਰਨੀ ਹੈ 4 ਮਲਟੀਪਲਾਈ 90 upon 15 कटिंग हो जाएगा 15 6 ਦਾ ਤਾਂ x ਦੀ ਵੈਲਿਊ ਆ ਜੂ 24 ਡਿਗਰੀ
ਹੁਣ ਇਹਦਾ ਥਰਡ ਪਾर्ट ਆ हाउ मैनी स्पोक्स, ਹੁਣ स्पोक्स फाइंड करनियां ने वुड भी नीडेड ਆਪਾਂ सेम ही टेबल बना लेना नंबर ऑफ स्पोक्स ਤੇ ਇੱਥੇ ਆ ਜਾਊਗਾ एंगल ਤਾਂ ਪਹਿਲਾਂ ਤਾਂ ਇਹੀ ਲਿਖਾਂਗੇ 4 स्पोक्स ने ਤਾਂ 90 डिग्री है ਹੁਣ 40 डिग्री एंगल आ ਤਾਂ नंबर ऑफ स्पोक्स फाइंड करनियां ने ਤਾਂ फाइंड करना ਹੁਣ देखो पहला एंगल 90 डिग्री ਸੀਗਾ ਹੁਣ 40 डिग्री है ਪਹਿਲਾਂ ਨਾਲੋਂ ਕੀ ਹੋ ਗਿਆ ਲੈਸ ਤਾਂ ਇਟ ਮੀਨਸ ਸਪੋਕਸ ਕੀ ਹੋਣਗੀਆਂ ਮੋਰ ਤਾਂ ਇਨਵਰਸ ਪ੍ਰਪੋਰਸ਼ਨ ਹੋ ਗਿਆ 4 ਮਲਟੀਪਲਾਈ 90 x ਮਲਟੀਪਲਾਈ 40 x ਦੀ ਵੈल्यू फाइंड करनी है x इज इक्वल टू 4 मल्टीप्लाई 90 अपॉन 40 4 ਨਾਲ 4 कटिंग हो गया x इज इक्वल टू 90 तो 99 स्पोक्स आ जाएंगे ਜਿਹੜੇ ਇਦਾਂ ਮੋਰ ਲੈਸ ਹੁੰਦੇ ਆ ਤਾਂ ਉਹ ਹੁੰਦੇ ਆ ਇਨਵਰਸ ਪ੍ਰਪੋਰਸ਼ਨ ਜਿਹਦੇ ਚ ਮੋਰ ਮੋਰ ਜਾਂ ਲੈਸ ਲੈਸ ਆ ਫਿਰ ਉਹ ਹੁੰਦੇ ਆ डायरेक्ट proportion. Fourth question, if a box of sweets if a box of sweets is divided among 24 children ਇੱਕ ਬਾਕਸ ਹੈ ਸਵੀਟਸ ਦਾ ਮਠਿਆਈ ਦਾ ਜਿਹਦੇ ਜਿਹੜਾ 24 ਚਿਲਡਰਨ ਦੇ ਵਿੱਚ ਡਿਵਾਈਡ ਹੋਣਾ ਦੇ ਵਿਲ ਗੈਟ 5 ਸਵੀਟਸ ਈਚ ਤਾਂ ਉਹ 5 ਹਰੇਕ ਚਿਲਡਰਨ ਨੂੰ 5 ਪੀਸ ਮਿਲਣਗੇ ਸਵੀਟਸ ਦੇ ਹਾਊ ਮੈਨੀ ਵੁੱਡ ਈਚ ਗੈਟ ਹਰੇਕ ਨੂੰ ਕਿੰਨੇ ਮਿਲਣਗੇ ਇਫ ਦਾ ਨੰਬਰ ਆਫ ਚਿਲਡਰਨ ਇਜ਼ ਰਿਡਿਊਸਡ ਬਾਈ 4 ਪਹਿਲਾਂ 24 ਚਿਲਡਰਨ ਸੀਗੇ ਹੁਣ 4 ਘਟ ਗਏ ਰਿਡਿਊਸ ਹੋ ਗਏ ਘਟ ਗਏ ਤਾਂ 24 ਚੋਂ ਆਪਾਂ 4 ਕਰ ਦਾਂਗੇ ਮਾਈਨਸ ਠੀਕ ਹੈ ਤਾਂ ਟੇਬਲ ਬਣਾਉਂਦੇ ਆ ਦਾ ਆਪਾਂ ਨੰਬਰ ਆਫ ਚਿਲਡਰਨ ਨੰਬਰ ਆਫ ਸਵੀਟ 24 ਚਿਲਡਰਨ ਨੇ ਤਾਂ 5 ਸਵੀਟਸ ਮਿਲਦੀਆਂ ਨੇ ਹੁਣ 24 ਦੇ ਵਿੱਚੋਂ 4 ਮਾਈਨਸ ਕਰ ਦਾਂਗੇ 20 ਚਿਲਡਰਨ ਹੋ ਗਏ ਤਾਂ ਹੁਣ ਇੱਥੇ ਆਪਾਂ ਦੇਖਾਂਗੇ ਕਿੰਨੇ ਸਵੀਟਸ ਮਿਲਣਗੀਆਂ ਠੀਕ ਹੈ ਦੇਖੋ ਹੁਣ ਪਹਿਲਾਂ 24 ਚਿਲਡਰਨ ਸੀਗੇ ਹੁਣ 20 ਹੋ ਗਏ ਪਹਿਲਾਂ ਨਾਲੋਂ ਕੀ ਹੋ ਗਏ ਲੈਸ ਸਵੀਟਸ ਦਾ ਉਹੀ ਬਾਕਸ ਆ ਠੀਕ ਹੈ ਹੁਣ ਉਹੀ ਜਿਹੜਾ ਬਾਕਸ ਆ ਉਹਦੇ ਵਿੱਚੋਂ ਸਵੀਟਸ ਜੇ 20 ਚਿਲਡਰਨ ਨੇ ਤਾਂ ਕਿੰਨੀਆਂ ਕਿੰਨੀਆਂ ਸਵੀਟਸ ਮਿਲਣਗੀਆਂ ਪਹਿਲਾਂ ਨਾਲੋਂ 5 ਨਾਲੋਂ ਵੱਧ ਮਿਲਣਗੀਆਂ ਕਿ ਘੱਟ ਵੱਧ ਮਿਲਣਗੀਆਂ ਠੀਕ ਹੈ ਮੋਰ ਪੀਸ ਮਿਲਣਗੇ ਉਹਨਾਂ ਨੂੰ ਸਵੀਟਸ ਦੇ ਹੁਣ ਆਪਾਂ ਇਦਾਂ ਹੀ ਦੇਖੋ ਵੀ 12 ਬਨਾਨਾਸ ਨੇ ਉਹਨਾਂ ਨੂੰ ਆਪਾਂ ਨੇ 2 ਸਟੂਡੈਂਟ ਦੇ ਵਿੱਚ ਡਿਵਾਈਡ ਕਰਨਾ ਤਾਂ ਉਹ ਮਿਲਣਗੇ 6 ਹੁਣ 12 ਹੀ ਬਨਾਨਾਸ ਨੇ ਆਪਾਂ ਉਹਨਾਂ ਨੂੰ 4 ਸਟੂਡੈਂਟ ਦੇ ਵਿੱਚ ਡਿਵਾਈਡ ਕਰਨਾ ਤਾਂ ਕਿ ਫਿਰ ਕੀ ਆ ਘੱਟ ਬਨਾਨਾਸ ਮਿਲਣਗੇ ਫਿਰ ਉਹ 3 ਮਿਲਣਗੇ ਠੀਕ ਹੈ ਤਾਂ ਸੇਮ ਇਹ ਆ ਪਹਿਲਾਂ ਚਿਲਡਰਨ 24 ਸੀਗੇ ਸਵੀਟਸ ਮਿਲੀਆਂ 5 ਹੁਣ ਸਟੂਡੈਂਟ ਲੈਸ ਹੋ ਗਏ ਤਾਂ ਸਵੀਟਸ ਮਿਲਣਗੀਆਂ ਮੋਰ ਤਾਂ ਇਨਵਰਸ ਪ੍ਰਪੋਰਸ਼ਨ ਹੈ 24 into 5 20 into x ਤੇ x ਦੀ ਵੈਲਿਊ ਆਪਾਂ ਫਾਈਂਡ ਕਰਨੀ ਹੈ 24 ਮਲਟੀਪਲਾਈ 5 upon 20 5 ਤੇ ਕਟਿੰਗ ਹੋ ਜਾਊਗਾ 5 4 ਦਾ 20 4 6 ਦਾ 24 ਤਾਂ ਕਿੰਨੀਆਂ ਸਵੀਟਸ ਮਿਲਣਗੀਆਂ 6 ਸਵੀਟਸ ਠੀਕ ਹੈ ਤਾਂ ਇਹ ਬਹੁਤ ਸੌਖੇ ਨੇ 13 ਚੈਪਟਰ ਤਾਂ ਬਹੁਤ ਹੀ ਈਜ਼ੀ ਆ 5th question A farmer has enough food to feed 20 animal in his cattle for 6 days. ਇੱਕ ਫਾਰਮਰ ਦੇ ਕੋਲ ਆਪਣੀਆਂ ਕੈਟਲ ਦੇ ਲਈ ਐਨੀਮਲਸ ਦੇ ਲਈ 20 ਐਨੀਮਲਸ ਨੇ 6 ਡੇ ਲਈ ਫੂਡ ਹੈ How long would the food last if there were 10 more animals in his cattle? ਹੁਣ ਉਹੀ ਭੋਜਨ ਹੈ ਜਿਹੜਾ ਫੂਡ ਹੈ ਜਿਹੜਾ ਉਹ ਕਿੰਨੇ ਦਿਨ ਤੱਕ ਚੱਲੂਗਾ ਜੇ ਉੱਥੇ 10 ਹੋਰ ਕੈਟਲਸ ਆ ਜਾਣ ਠੀਕ ਹੈ ਦੇਖੋ ਨੈਚੁਰਲੀ ਹੁਣ 20 ਸੀਗੇ ਤਾਂ 6 ਡੇ ਚੱਲ ਰਿਹਾ ਹੁਣ 20 ਦੀ ਜਗ੍ਹਾ 10 ਹੋਰ ਆ ਗਏ ਕਿੰਨੇ ਹੋ ਗਏ 30 ਤਾਂ 30 ਫੂਡ ਸੇਮ ਹੀ ਹੈ ਤਾਂ ਹੁਣ 30 ਜਦੋਂ ਐਨੀਮਲ ਨੇ ਤਾਂ ਉਹੀ ਫੂਡ ਹੈ ਜਿਹੜਾ ਉਹ ਲੈਸ ਦਿਨ ਚੱਲੇਗਾ ਕਿ ਮੋਰ ਡੇ ਚੱਲੇਗਾ ਤਾਂ ਲੈਸ ਡੇ ਚੱਲੇਗਾ ਤੇ ਲੈਸ ਡੇ ਚੱਲੂਗਾ ਤਾਂ ਕੀ ਹੋਊਗਾ ਇਨਵਰਸ ਪ੍ਰਪੋਰਸ਼ਨ ਟੇਬਲ ਬਣਾਉਂਦੇ ਆਪਾਂ ਨੰਬਰ ਆਫ ਐਨੀਮਲਸ number of days
20 ਐਨੀਮਲਸ ਨੇ ਤਾਂ 6 ਡੇ ਚੱਲਦਾ। ਹੁਣ 20 + 10 ਕਿੰਨੇ ਹੋ ਗਏ 30 ਪਲੱਸ ਕਰਨਾ ਕਿਉਂਕਿ 10 ਹੋਰ ਆ ਗਏ ਤਾਂ ਹੁਣ ਆਪਾਂ ਫਾਈਂਡ ਕਰਨਾ। ਹੁਣ ਦੇਖੋ ਪਹਿਲਾਂ 20 ਸੀਗੇ ਹੁਣ 30 ਹੋ ਗਏ, ਮੋਰ ਹੋ ਗਏ ਪਹਿਲਾਂ ਨਾਲੋਂ। ਫੂਡ ਸੇਮ ਆ, ਪਹਿਲਾਂ 6 ਦੇ ਵਿੱਚ ਡਿਵਾਈਡ ਹੋਇਆ ਸੀਗਾ, ਉਹ 6 ਡੇ ਚੱਲਣਾ ਸੀਗਾ 20 ਐਨੀਮਲ ਦੇ ਲਈ। ਹੁਣ 30 ਹੋ ਗਏ ਤਾਂ ਉਹ ਲੈਸ ਡੇ ਚੱਲੂਗਾ। ਤਾਂ ਇਨਵਰਸ ਪ੍ਰਪੋਰਸ਼ਨ ਹੋ ਗਿਆ ਤਾਂ ਕ੍ਰੋਸ ਮਲਟੀਪਲਾਈ ਨਹੀਂ ਕਰਨਾ, ਆਪਾਂ ਇਹਦੇ 'ਚ ਸੇਮ ਮਲਟੀਪਲਾਈ ਕਰਨਾ। ਇਨਵਰਸ ਪ੍ਰਪੋਰਸ਼ਨ ਹੈ ਕਿਉਂਕਿ 20 × 6 ਹੈ, 30 × x ਅਤੇ x ਦੀ ਵੈਲਿਊ ਫਾਈਂਡ ਕਰਨੀ ਹੈ। x = 20 × 6/30। x ਦੀ ਵੈਲਿਊ ਅਪੋਨ 'ਚ ਲੱਗਣੀ ਹੈ ਤਾਂ x ਦੀ ਵੈਲਿਊ ਕਿੰਨੀ ਆ ਜੂਗੀ 4D, 2 × 2 = 4। 30 ਐਨੀਮਲ ਨੇ ਤਾਂ ਜਿਹੜਾ ਫੂਡ ਆ ਉਹ 4 ਡੇ ਤੱਕ ਚੱਲੂਗਾ। 6th ਕੁਐਸਚਨ, A contractor estimated that 3 person could rewire Jasminder's house in 4 days. If he uses 4 person instead of 3, how long should they take to complete the job? ਇੱਕ ਕੰਟਰੈਕਟਰ ਨੇ ਜਸਵਿੰਦਰ ਦੇ ਘਰੇ ਵਾਇਰ ਕਰਨੀ ਹੈ, ਮਤਲਬ ਦੁਬਾਰਾ ਤੋਂ ਵਾਇਰ ਕਰਨੀ ਆ, ਤਾਂ ਉਹਨੇ ਐਸਟੀਮੇਟ ਲਾਇਆ ਵੀ ਜੇ 3 ਪਰਸਨ ਕੰਮ ਕਰਨਗੇ ਤਾਂ 4 ਡੇ ਦੇ ਵਿੱਚ ਕੰਮ ਆ ਜਿਹੜਾ ਫਿਨਿਸ਼ ਹੋ ਜਾਊਗਾ। ਹੁਣ ਉਹਨੇ ਕਿਹਾ ਉਹ ਸੋਚਦਾ ਵੀ ਇਫ ਹੀ ਯੂਜ਼ਿਸ 4 ਪਰਸਨ, ਵੀ ਜੇ 4 ਪਰਸਨ ਯੂਜ਼ ਕਰ ਲਏ ਇਨਸਟੀਡ ਆਫ 3, ਮਤਲਬ ਕਿ 3 ਦੀ ਜਗ੍ਹਾ 'ਤੇ ਜੇ ਉਹ 4 ਪਰਸਨ ਲਾ ਲਵੇ, ਹਾਊ ਲੌਂਗ ਸ਼ੁੱਡ ਦੇ ਟੇਕ ਟੂ ਕੰਪਲੀਟ ਦਾ ਜੋਬ, ਤਾਂ ਉਹਦਾ ਕੰਮ ਹੈ ਜਿਹੜਾ ਉਹ ਕਿੰਨੇ ਦਿਨ ਦੇ ਵਿੱਚ ਫਿਨਿਸ਼ ਹੋ ਜਾਏਗਾ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਕਿੰਨੇ ਦਿਨ ਦੇ ਵਿੱਚ ਫਿਨਿਸ਼ ਹੋ ਜਾਏਗਾ। ਇੱਕ ਤਾਂ ਹੈਗਾ ਨੰਬਰ ਆਫ ਪਰਸਨ, ਇੱਕ ਹੈਗਾ ਨੰਬਰ ਆਫ ਡੇਜ਼। 3 ਪਰਸਨ ਨੇ ਤਾਂ ਜਿਹੜਾ ਵਰਕ ਹੈ ਉਹ 4 ਡੇ 'ਚ ਕੰਪਲੀਟ ਹੁੰਦਾ। ਹੁਣ ਜੇ 3 ਦੀ ਜਗ੍ਹਾ 4 ਪਰਸਨ, ਹੁਣ 4 ਹੋਰ ਨਹੀਂ ਹੈਗੇ, ਮੋਰ ਨਹੀਂ ਹੈਗੇ, 3 ਦੀ ਜਗ੍ਹਾ ਇਨਸਟੀਡ ਆਫ 3 ਦੀ ਜਗ੍ਹਾ 4 ਪਰਸਨ ਲਾ ਦਈਏ ਤਾਂ ਕੰਮ ਕਿੰਨੇ ਦਿਨਾਂ 'ਚ ਫਿਨਿਸ਼ ਹੋ ਜਾਊਗਾ। ਤਾਂ ਵੈਸੇ ਤਾਂ ਸਿੱਧਾ ਹੀ ਹੈ ਕਿ ਜੇ 4 ਪਰਸਨ ਨੇ ਤਾਂ ਉਹ 3 ਡੇ 'ਚ ਖਤਮ ਹੋ ਜਾਊਗਾ। ਤਾਂ ਆਪਾਂ ਫਾਈਂਡ ਕਰਕੇ ਦੇਖਦੇ ਹਾਂ, ਇਹ ਮੋਰ ਪਰਸਨ ਹੋ ਗਏ ਤਾਂ ਕੰਮ ਹੈ ਜਿਹੜਾ ਲੈਸ ਡੇ 'ਚ ਫਿਨਿਸ਼ ਹੋ ਜਾਏਗਾ, ਕਿਉਂਕਿ ਜਿੰਨੇ ਵੱਧ ਬੰਦੇ ਹੋਣਗੇ ਤਾਂ ਕੰਮ ਓਨੀ ਜਲਦੀ ਫਿਨਿਸ਼ ਹੋ ਜਾਏਗਾ। 3 × 4, 4 × x, ਤਾਂ x ਦੀ ਵੈਲਿਊ ਆਪਾਂ ਫਾਈਂਡ ਕਰਨੀ ਹੈ। 3 × 4/4, 4 ਕਟਿੰਗ ਹੋ ਗਿਆ ਤਾਂ x ਦੀ ਵੈਲਿਊ ਕਿੰਨੀ ਆ ਗਈ 3। ਤਾਂ ਵਰਕ ਹੈ ਜਿਹੜਾ ਉਹ 3 ਡੇਜ਼ ਦੇ ਵਿੱਚ ਫਿਨਿਸ਼ ਹੋ ਜਾਏਗਾ।